ਹੈਲੋ ਬੱਚੋ, ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 5 ਜਿਹਦਾ ਟਾਈਟਲ ਹੈ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਤੇ ਅੱਜ ਅਸੀਂ ਇਸ ਚੈਪਟਰ ਦਾ ਚੌਥਾ ਭਾਗ ਕਰਨ ਜਾ ਰਹੇ ਹਾਂ। ਪੰਜਾਬੀ ਵਿੱਚ ਅਧਿਆਇ 5 ਨੂੰ ਤੱਤਾਂ ਦਾ ਆਵਰਤੀ ਵਰਗੀਕਰਨ ਕਿਹਾ ਜਾਂਦਾ ਹੈ। ਇਸ ਅਧਿਆਇ ਦੇ ਤੀਜੇ ਭਾਗ ਵਿੱਚ ਅਸੀਂ ਮਾਡਰਨ ਫਾਰਮ ਆਫ ਪੀਰੀਓਡਿਕ ਟੇਬਲ ਦੇ ਬਾਰੇ 'ਚ ਡਿਸਕਸ਼ਨ ਕਰ ਰਹੇ ਸੀ ਤੇ ਦੇਖ ਰਹੇ ਸੀਗੇ ਕਿ ਡਿਫਰੈਂਟ ਐਲੀਮੈਂਟਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਪੀਰੀਓਡਿਕ ਪ੍ਰੋਪਰਟੀਜ਼ ਨੇ ਉਹ ਡਾਊਨ ਦਾ ਗਰੁੱਪ ਐਂਡ ਅਕ੍ਰੋਸ ਦਾ ਪੀਰੀਅਡ ਕਿੱਦਾਂ ਚੇਂਜ ਹੁੰਦੀਆਂ ਨੇ ਜਾਂ ਰਿਪੀਟ ਹੁੰਦੀਆਂ ਨੇ। ਉਸੇ ਚੀਜ਼ ਨੂੰ ਅਸੀਂ ਇਸ ਭਾਗ ਵਿੱਚ ਯਾਨੀ ਕਿ ਭਾਗ 4 ਵਿੱਚ ਕੰਟੀਨਿਊ ਕਰਾਂਗੇ। ਤੇ ਆਓ ਫਿਰ ਸ਼ੁਰੂਆਤ ਕਰਦੇ ਹਾਂ ਐਕਟੀਵਿਟੀ ਦੇ ਨਾਲ। ਪਹਿਲੀ ਐਕਟੀਵਿਟੀ ਆਪਾਂ ਲੈਂਦੇ ਹਾਂ ਅਟੋਮਿਕ ਰੇਡੀਅਸ ਜਾਂ ਅਟੋਮਿਕ ਸਾਈਜ਼ ਦੇ ਬਾਰੇ। ਦੂਜੇ ਪੀਰੀਅਡ ਦੇ ਤੱਤਾਂ ਦੇ ਪ੍ਰਮਾਣੂ ਅਰਧ ਵਿਆਸ ਹੇਠਾਂ ਦਿੱਤੇ ਗਏ ਨੇ। ਸੋ ਆ ਆਪਣੇ ਕੋਲ ਕੁਝ ਤੱਤ ਨੇ ਬੋਰੋਨ, ਬੈਰੀਲੀਅਮ, ਆਕਸੀਜਨ, ਨਾਈਟ੍ਰੋਜਨ, ਲਿਥੀਅਮ ਤੇ ਕਾਰਬਨ। ਤੇ ਆ ਇਹਨਾਂ ਦੇ ਜਿਹੜੇ ਨੇ ਅਰਧ ਵਿਆਸ ਦਿੱਤੇ ਨੇ ਪਿਕੋਮੀਟਰ 'ਚ। ਹੁਣ ਪਿਕੋਮੀਟਰ ਕੀ ਹੁੰਦਾ? 10⁻⁻12 ਦੇ ਬਰਾਬਰ ਹੁੰਦਾ ਇੱਕ ਪਿਕੋਮੀਟਰ। ਸੋ ਇਹਨਾਂ ਨੂੰ ਪ੍ਰਮਾਣੂ ਅਰਧ ਵਿਆਸ ਦੇ ਵੱਧਦੇ ਕ੍ਰਮ ਵਿੱਚ ਤਰਤੀਬ ਦਿਓ, ਯਾਨੀ ਕਿ ਜਿਹੜੇ ਐਟੋਮਿਕ ਸਾਈਜ਼ ਆ ਹਨਾ, ਆ ਆਪਾਂ ਨੂੰ ਦਿੱਤਾ ਹੋਇਆ ਐਟੋਮਿਕ ਰੇਡੀਅਸ ਦਿੱਤਾ ਹੋਇਆ। ਐਟੋਮਿਕ ਰੇਡੀਅਸ ਨੂੰ ਆਪਾਂ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਿਖਣਾ ਵਾ। ਸੋ ਪਹਿਲਾਂ ਤਾਂ ਆਪਾਂ ਇਹ ਦੇਖੀਏ ਬਈ ਪਿਕੋਮੀਟਰ ਕੀ ਹੁੰਦਾ। ਦੇਖੋ 1 ਪਿਕੋਮੀਟਰ ਇਜ਼ ਇਕੁਅਲ ਟੂ 10⁻⁻12 ਮੀਟਰ। ਠੀਕ ਹੈ, ਇਹਦੇ ਬਰਾਬਰ ਹੁੰਦਾ। ਹੁਣ ਆਪਾਂ ਗੱਲ ਕਰਦੇ ਹਾਂ ਵੀ ਅਟੋਮਿਕ ਰੇਡੀਅਸ ਕੀ ਹੁੰਦਾ। ਅਟੋਮਿਕ ਰੇਡੀਅਸ ਦੇਖੋ ਆ ਕਿਸੇ ਵੀ ਐਲੀਮੈਂਟ ਦਾ ਹੋ ਗਿਆ ਨਿਊਕਲੀਅਸ। ਇਸ ਨਿਊਕਲੀਅਸ ਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਹੁੰਦੇ ਨੇ ਤੇ ਇਹਨਾਂ ਦੇ ਬਾਹਰ ਜਿਹੜੇ ਸ਼ੈਲਸ ਹੁੰਦੇ ਨੇ ਉਹਨਾਂ ਦੇ ਵਿੱਚ ਇਲੈਕਟ੍ਰੋਨਸ ਜਿਹੜੇ ਨੇ ਉਹ ਰਿਵੋਲਵ ਕਰਦੇ ਨੇ। ਠੀਕ ਹੈ, ਸੋ ਇਹ ਜਿਹੜੇ ਸ਼ੈਲਸ ਨੇ ਇਹਨਾਂ ਨੂੰ ਆਪਾਂ KLM ਇੱਦਾਂ ਕਹਿੰਦੇ ਆ। ਇਹਨਾਂ ਦੇ ਵਿੱਚ ਇਲੈਕਟ੍ਰੋਨਸ ਜਿਹੜੇ ਨੇ ਉਹ ਪ੍ਰੈਜ਼ੈਂਟ ਹੁੰਦੇ ਨੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਐਟੋਮਿਕ ਸਾਈਜ਼ ਦੀ, ਠੀਕ ਆ, ਆ ਨਿਊਕਲੀਅਸ ਆ। ਨਿਊਕਲੀਅਸ ਤੋਂ ਜਿਹੜਾ ਆਊਟਰ ਮੋਸਟ ਸ਼ੈਲ ਹੈ ਇਹਦੀ ਦੂਰੀ ਕਿੰਨੀ ਆ? ਠੀਕ ਹੈ, ਯਾਨੀ ਕਿ ਨਿਊਕਲੀਅਸ ਤੋਂ ਲੈ ਕੇ ਆਊਟਰ ਮੋਸਟ ਸ਼ੈਲ ਤੱਕ ਦਾ ਡਿਸਟੈਂਸ ਜਾਂ ਦੂਰੀ, ਇਹਨੂੰ ਅਸੀਂ ਕੀ ਕਹਿੰਦੇ ਆ? ਇਹਨੂੰ ਅਸੀਂ ਰੇਡੀਅਸ ਆਫ ਐਟਮ ਕਹਿੰਦੇ ਆ। ਤਾਂ ਇਹਦੇ ਤੋਂ ਹੀ ਪਤਾ ਲੱਗਦਾ ਵੀ ਕਿਸੇ ਵੀ ਐਟਮ ਦਾ ਸਾਈਜ਼ ਕੀ ਹੁੰਦਾ। ਸੋ ਇੱਥੇ ਆਪਾਂ ਨੂੰ ਗਿਵਨ ਕੀ ਆ? ਆਹ ਵਾਲੇ ਐਲੀਮੈਂਟਸ ਗਿਵਨ ਨੇ, ਇਹਨਾਂ ਦੇ ਅਟੋਮਿਕ ਰੇਡੀਅਸ ਦਿੱਤੇ ਨੇ। ਸਾਨੂੰ ਕਿਹਾ ਗਿਆ ਕਿ ਡਿਕਰੀਜ਼ਿੰਗ ਆਰਡਰ ਆਫ ਦੇਅਰ ਅਟੋਮਿਕ ਰੇਡੀਆਈ 'ਚ ਇਹਨਾਂ ਨੂੰ ਅਰੇਂਜ ਕਰੋ। ਤੇ ਚਲੋ ਫਿਰ ਇਦਾਂ ਕਰਦੇ, ਪਹਿਲਾਂ ਆ ਸਾਰੀਆਂ ਫਿਗਰਸ ਨੋਟ ਕਰਦੇ ਆ ਤੇ ਫਿਰ ਅੱਗੋਂ ਐਕਟੀਵਿਟੀ ਪਰਫਾਰਮ ਕਰਦੇ ਆ। ਸੋ ਸਾਨੂੰ ਗਿਵਨ ਆ ਬੋਰੋਨ, ਇਹਦਾ ਅਟੋਮਿਕ ਰੇਡੀਆਈ 88 ਪਿਕੋਮੀਟਰ। ਫਿਰ ਦਿੱਤਾ ਹੋਇਆ ਬੈਰੀਲੀਅਮ, ਇਹਦਾ ਹੈਗਾ ਅਟੋਮਿਕ ਰੇਡੀਆਈ 111 ਪਿਕੋਮੀਟਰ। ਆਕਸੀਜਨ 66 ਪਿਕੋਮੀਟਰ। ਨਾਈਟ੍ਰੋਜਨ 74 ਪਿਕੋਮੀਟਰ। ਲਿਥੀਅਮ 152 ਪਿਕੋਮੀਟਰ ਤੇ ਕਾਰਬਨ 77 ਪਿਕੋਮੀਟਰ। ਸੋ ਆ ਸਾਨੂੰ ਗਿਵਨ ਆ। ਅਸੀਂ ਇਹਨੂੰ ਡਿਕਰੀਜ਼ਿੰਗ ਆਰਡਰ 'ਚ ਲਿਖਣਾ, ਯਾਨੀ ਕਿ ਅਸੀਂ ਸਟਾਰਟ ਕਰਦੇ ਹਾਂ ਵਿਦ ਐਟਮ ਹੈਵਿੰਗ ਮੈਕਸੀਮਮ ਅਟੋਮਿਕ ਰੇਡੀਅਸ। ਸੋ ਸਭ ਤੋਂ ਜ਼ਿਆਦਾ ਅਟੋਮਿਕ ਰੇਡੀਅਸ ਇਹਨਾਂ ਐਲੀਮੈਂਟਸ ਵਿੱਚੋਂ ਕਿਹਦੇ ਕੋਲ ਆ? 152 ਸਭ ਤੋਂ ਜ਼ਿਆਦਾ ਵਾ, ਯਾਨੀ ਕਿ ਲਿਥੀਅਮ ਦਾ ਅਟੋਮਿਕ ਰੇਡੀਅਸ ਸਭ ਤੋਂ ਜ਼ਿਆਦਾ ਵਾ। ਸੋ ਅਸੀਂ ਇੱਥੇ ਪਹਿਲਾਂ ਲਿਖਦੇ ਹਾਂ ਲਿਥੀਅਮ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਫਿਰ ਅਗਲਾ ਕਿਹੜਾ ਐਲੀਮੈਂਟ ਆਊਗਾ? ਇਸ ਤੋਂ ਛੋਟਾ ਆ ਹੋ ਗਿਆ 111 ਵਾਲਾ, ਯਾਨੀ ਕਿ ਬੈਰੀਲੀਅਮ ਵਾਲਾ। ਸੋ ਅਗਲਾ ਆ ਗਿਆ ਬੈਰੀਲੀਅਮ। ਹੁਣ ਇਸ ਤੋਂ ਛੋਟਾ ਅਟੋਮਿਕ ਰੇਡੀਅਸ ਕਿਹਦਾ ਆ ਰਿਹਾ? ਇਸ ਤੋਂ ਬਾਅਦ ਆਊਗਾ ਆ 88 ਵਾਲਾ, ਯਾਨੀ ਕਿ ਬੋਰੋਨ ਆ ਰਿਹਾ। ਠੀਕ ਹੈ ਜੀ, ਉਸ ਤੋਂ ਬਾਅਦ 88 ਤੋਂ ਬਾਅਦ ਦੇਖੋ ਹੁਣ ਫਿਰ 77 ਆ ਗਿਆ ਹੈ ਨਾ, ਇਹ ਹੋ ਗਿਆ ਕਾਰਬਨ ਦਾ। ਕਾਰਬਨ ਤੋਂ ਬਾਅਦ ਹੋਰ ਕਿਹਦਾ ਵਾ ਛੋਟਾ ਅਟੋਮਿਕ ਰੇਡੀਅਸ? ਨਾਈਟ੍ਰੋਜਨ ਦਾ। ਕਿੰਨਾ ਵਾ? 74 ਪਿਕੋਮੀਟਰ। ਤੇ ਇਸ ਤੋਂ ਬਾਅਦ ਆ ਜਾਊਗਾ ਆਕਸੀਜਨ ਵਿਦ ਅਟੋਮਿਕ ਰੇਡੀਅਸ 66 ਪਿਕੋਮੀਟਰ। ਸੋ ਇਹ ਹੋ ਗਿਆ ਡਿਕਰੀਜ਼ਿੰਗ ਆਰਡਰ ਆਫ ਅਟੋਮਿਕ ਰੇਡੀਆਈ ਆਫ ਸਮ ਐਲੀਮੈਂਟਸ, ਯਾਨੀ ਕਿ ਸਾਈਜ਼ ਛੋਟਾ ਹੋ ਰਿਹਾ। ਹੁਣ ਅਗਰ ਆਪਾਂ ਧਿਆਨ ਨਾਲ ਵੇਖੀਏ ਤੇ ਆ ਲਿਥੀਅਮ ਤੋਂ ਛੋਟਾ ਹੋ ਗਿਆ ਬੈਰੀਲੀਅਮ, ਬੈਰੀਲੀਅਮ ਤੋਂ ਛੋਟਾ ਹੋ ਗਿਆ ਬੋਰੋਨ, ਬੋਰੋਨ ਤੋਂ ਛੋਟਾ ਹੋ ਗਿਆ ਕਾਰਬਨ ਤੇ ਕਾਰਬਨ ਤੋਂ ਛੋਟਾ ਹੋ ਗਿਆ ਨਾਈਟ੍ਰੋਜਨ। ਜੇ ਹੁਣ ਆਪਾਂ ਧਿਆਨ ਨਾਲ ਦੇਖੀਏ ਤੇ ਆ ਜਿਹੜਾ ਹੈਗੇ ਸਾਰੇ ਐਲੀਮੈਂਟਸ, ਇਹ ਤਾਂ ਸੈਕਿੰਡ ਪੀਰੀਅਡ ਦੇ ਐਲੀਮੈਂਟਸ ਨਹੀਂ ਹੈਗੇ, ਹੈਗੇ ਕਿ ਨਹੀਂ ਹੈਗੇ ਨਾ। ਇਹਦਾ ਮਤਲਬ ਇਹ ਵੀ ਜਦੋਂ ਅਸੀਂ ਕਿਸੇ ਪੀਰੀਅਡ ਵਿੱਚ ਖੱਬਿਓਂ ਸੱਜੇ ਵੱਲ ਨੂੰ ਜਾਂਦੇ ਆ ਤਾਂ ਫਿਰ ਜਿਹੜਾ ਅਟੋਮਿਕ ਰੇਡੀਅਸ ਹੈਗਾ ਉਹ ਛੋਟਾ ਹੋ ਜਾਂਦਾ। ਸੋ ਇਹ ਅਟੋਮਿਕ ਰੇਡੀਅਸ ਜਿਹੜਾ ਹੈਗਾ ਇਹ ਕਿਉਂ ਛੋਟਾ ਹੁੰਦਾ ਜਾ ਰਿਹਾ, ਸਾਈਜ਼ ਕਿਉਂ ਛੋਟਾ ਹੁੰਦਾ ਜਾ ਰਿਹਾ, ਇਹ ਅਸੀਂ ਪਹਿਲਾਂ ਐਕਟੀਵਿਟੀ ਦੇ ਵਿੱਚ ਕਰਕੇ ਵੀ ਦੇਖ ਚੁੱਕੇ ਹਾਂ ਵੀ ਆ ਇੱਕ ਪੀਰੀਅਡ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਨਿਊਕਲੀਅਰ ਚਾਰਜ ਵੱਧਦਾ।
ਨਿਊਕਲੀਅਰ ਚਾਰਜ ਤਾਂ ਭਾਵੇਂ ਵੱਧਦਾ ਲੇਕਿਨ ਸ਼ੈੱਲ ਦਾ ਨੰਬਰ ਕੋਈ ਨਹੀਂ ਵੱਧਦਾ ਕਿਉਂਕਿ ਵੈਲੈਂਸ ਇਲੈਕਟ੍ਰੋਨਸ ਸਾਰੇ ਸੇਮ ਸ਼ੈੱਲ ਵਿੱਚ ਆ ਰਹੇ ਹੁੰਦੇ ਨੇ। ਸੋ ਨਿਊਕਲੀਅਰ ਚਾਰਜ ਵਧਣ ਦੇ ਨਾਲ ਜਿਹੜੇ ਵੈਲੈਂਸ ਇਲੈਕਟ੍ਰੋਨਸ ਨੇ ਉਹਨਾਂ ਵੱਲ ਨਿਊਕਲੀਅਰ ਪੁੱਲ ਵੱਧਦਾ ਤੇ ਸਾਰੇ ਇਲੈਕਟ੍ਰੋਨਸ ਜਿਹੜੇ ਨੇ ਉਹ ਨਿਊਕਲੀਅਸ ਵੱਲ ਨੂੰ ਖਿੱਚੇ ਜਾਂਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਵੀ ਜਿਹੜਾ ਸਾਈਜ਼ ਆ ਉਹ ਛੋਟਾ ਹੁੰਦਾ ਜਾਂਦਾ, ਐਟੋਮਿਕ ਰੇਡੀਅਸ ਜਿਹੜਾ ਉਹ ਘਟਦਾ ਜਾਂਦਾ ਅਲੋਂਗ ਅ ਪੀਰੀਅਡ। ਆਓ ਇੱਕ ਝਾਤੀ ਪੀਰੀਓਡਿਕ ਟੇਬਲ ਤੇ ਵੀ ਮਾਰ ਲੈਂਦੇ ਹਾਂ। ਸੋ ਆ ਆਪਾਂ ਨੂੰ ਸੈਕਿੰਡ ਪੀਰੀਅਡ ਦੇ ਐਲੀਮੈਂਟਸ ਦਿੱਤੇ ਸੀਗੇ। ਸੋ ਭਾਵੇਂ ਸੈਕਿੰਡ ਪੀਰੀਅਡ ਹੋਵੇ ਤੇ ਭਾਵੇਂ ਥਰਡ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਹੁਣ ਇਹ ਗੱਲ ਜਿਹੜੀ ਆ ਉਹ ਸ਼ੋਰ ਹੋ ਗਈ ਕਿ ਜਦੋਂ ਵੀ ਅਸੀਂ ਪੀਰੀਓਡਿਕ ਟੇਬਲ 'ਚ ਖੱਬਿਓਂ ਸੱਜੇ ਵੱਲ ਨੂੰ ਜਾਂਦੇ ਆ ਅਲੋਂਗ ਅ ਪੀਰੀਅਡ ਔਰ ਅਕਰੋਸ ਅ ਪੀਰੀਅਡ, ਤਾਂ ਖੱਬੇ ਵੱਲ ਨੂੰ ਜਿਹੜੇ ਐਲੀਮੈਂਟਸ ਹੋਣਗੇ ਉਹਨਾਂ ਦਾ ਸਾਈਜ਼ ਜਿਹੜਾ ਹੈਗਾ ਜ਼ਿਆਦਾ ਹੋਊਗਾ ਤੇ ਜਿੱਦਾਂ ਜਿੱਦਾਂ ਆਪਾਂ ਖੱਬਿਓਂ ਸੱਜੇ ਵੱਲ ਨੂੰ ਜਾਈ ਜਾਵਾਂਗੇ ਸਾਈਜ਼ ਛੋਟਾ ਹੁੰਦਾ ਜਾਊਗਾ। ਠੀਕ ਹੈ ਜੀ, ਕਲੀਅਰ ਹੋ ਗਿਆ। ਚਲੋ ਹੁਣ ਅੱਗੇ ਚੱਲਦੇ ਹਾਂ, ਅਗਲੀ ਐਕਟੀਵਿਟੀ ਕਰਦੇ ਹਾਂ। ਹੁਣ ਅਗਲੀ ਐਕਟੀਵਿਟੀ ਕੀ ਆ, ਇਹਦੇ 'ਚ ਵੀ ਸਟੱਡੀ ਦਾ ਵੇਰੀਏਸ਼ਨ ਇਨ ਅਟੋਮਿਕ ਰੇਡੀਓ ਫਸਟ ਗਰੁੱਪ ਐਲੀਮੈਂਟਸ ਗਿਵਨ ਬਲੂ। ਹੁਣ ਆਪਣੇ ਕੋਲ ਆ ਦਿੱਤੇ ਹੋਏ ਨੇ ਕੁਝ ਐਲੀਮੈਂਟਸ ਫਸਟ ਗਰੁੱਪ ਦੇ ਨੇ ਤੇ ਇਹਨਾਂ ਦੇ ਅਟੋਮਿਕ ਰੇਡੀਅਸ ਵੀ ਸਾਨੂੰ ਪਿਕੋਮੀਟਰ ਦੇ ਵਿੱਚ ਇੱਥੇ ਗਿਵਨ ਨੇ ਤੇ ਅਸੀਂ ਦੇਖਣਾ ਹੈ ਵੀ ਇਹਨਾਂ ਦੀ ਅਰੇਂਜਮੈਂਟ ਇਨਕਰੀਜ਼ਿੰਗ ਆਰਡਰ 'ਚ ਕੀਤੀ ਜਾਵੇ ਤੇ ਨਾਲੇ ਦੇਖਿਆ ਜਾਵੇ ਵੀ ਸਮੋਲੈਸਟ ਤੇ ਲਾਰਜੈਸਟ ਐਟਮਸ ਕਿਹੜੇ ਕਿਹੜੇ ਨੇ। ਸੋ ਇਹ ਵੀ ਆਪਾਂ ਹੁਣ ਪਹਿਲਾਂ ਫਿਗਰਸ ਨੋਟ ਕਰੀਏ। ਸੋਡੀਅਮ ਦਾ ਅਟੋਮਿਕ ਰੇਡੀਅਸ ਸਾਨੂੰ ਗਿਵਨ ਹੈ 186 ਪਿਕੋਮੀਟਰ, ਲਿਥੀਅਮ 152 ਪਿਕੋਮੀਟਰ, रुबिडियम 244 पिकोमीटर, सीजियम 262 पिकोमीटर ਤੇ ਪੋਟੈਸ਼ੀਅਮ 231 ਪਿਕੋਮੀਟਰ ਆ ਗਿਵਨ ਆ ਸਾਨੂੰ। ਹੁਣ ਅਸੀਂ ਇਹਨਾਂ ਨੂੰ ਇਨਕਰੀਜ਼ਿੰਗ ਆਰਡਰ ਦੇ ਵਿੱਚ ਪਲੇਸ ਕਰਨਾ, ਯਾਨੀ ਕਿ ਆਪਾਂ ਸਭ ਤੋਂ ਪਹਿਲਾਂ ਛੋਟਾ ਅਟੋਮਿਕ ਰੇਡੀਅਸ ਦੇਖਦੇ ਹਾਂ। ਸਭ ਤੋਂ ਘੱਟ ਕਿਹਦਾ ਵਾ ਅਟੋਮਿਕ ਰੇਡੀਅਸ, ਆ 152 ਸਭ ਤੋਂ ਛੋਟਾ ਵਾ। ਠੀਕ ਆ, ਇਹ ਹੋ ਗਿਆ ਲਿਥੀਅਮ ਦਾ, ਯਾਨੀ ਕਿ ਪਹਿਲਾਂ ਹੁਣ ਆਪਾਂ ਅਰੇਂਜ ਕਰਾਂਗੇ ਲਿਥੀਅਮ। ਹੁਣ ਇਸ ਤੋਂ ਵੱਡਾ ਕਿਹੜਾ ਵਾ ਅਟੋਮਿਕ ਰੇਡੀਅਸ, ਇਹ ਆ ਗਿਆ ਜੀ ਹੁਣ 152 ਤੋਂ ਬਾਅਦ 186, ਯਾਨੀ ਕਿ ਇਸ ਤੋਂ ਬਾਅਦ ਆ ਗਿਆ ਹੁਣ ਸੋਡੀਅਮ। ਠੀਕ ਹੈ, ਫਿਰ 186 ਤੋਂ ਬਾਅਦ ਕਿਹੜਾ ਆ ਜਾਊਗਾ, ਪੋਟਾਸ਼ੀਅਮ ਆ ਜਾਊਗਾ 231 ਪਿਕੋਮੀਟਰ। ਉਸ ਤੋਂ ਬਾਅਦ ਫਿਰ ਆਊਗਾ ਜੀ ਰੂਬੀਡੀਅਮ 244 ਪਿਕੋਮੀਟਰ ਤੇ ਫਿਰ ਆਊਗਾ ਸੀਜ਼ੀਅਮ 262 ਪਿਕੋਮੀਟਰ। ਸੋ ਹੁਣ ਆ ਫਸਟ ਗਰੁੱਪ ਦੇ ਐਲੀਮੈਂਟਸ ਜਿਹੜੇ ਨੇ ਹੈ ਨਾ, ਇਹਦੇ ਵਿੱਚੋਂ ਸਮੋਲੈਸਟ ਕਿਹੜਾ ਵਾ, ਸਮੋਲੈਸਟ ਆ ਵਾ 152 ਵਾਲਾ, ਯਾਨੀ ਕਿ ਲਿਥੀਅਮ ਕੀ ਆ, ਸਮੋਲੈਸਟ ਐਲੀਮੈਂਟ ਹੋ ਗਿਆ ਇਹਨਾਂ ਦੇ ਵਿੱਚੋਂ। ਤੇ ਲਾਰਜੈਸਟ ਕਿਹੜਾ ਵਾ, ਲਾਰਜੈਸਟ ਆ ਹੋ ਗਿਆ ਸੀਜ਼ੀਅਮ। ਠੀਕ ਆ, ਇਹ ਲਾਰਜੈਸਟ ਹੋ ਗਿਆ। ਸੋ ਇੱਕ ਤਾਂ ਇਹ ਗੱਲ ਹੋ ਗਈ ਹੁਣ ਵੀ ਜਦੋਂ ਅਸੀਂ ਡਾਊਨ ਦਾ ਗਰੁੱਪ ਜਾਂਦੇ ਆ ਤੇ ਕੀ ਹੁੰਦਾ ਵੀ ਜਿਹੜਾ ਸਾਈਜ਼ ਆ ਉਹ ਵੱਧਦਾ, ਅਟੋਮਿਕ ਰੇਡੀਅਸ ਵੱਧਦਾ। ਠੀਕ ਹੈ ਨਾ, ਐਟਮ ਦਾ ਸਾਈਜ਼ ਵੱਧਦਾ ਪਿਆ। ਕਿਉਂ ਵੱਧਦਾ ਪਿਆ, ਕਿਉਂਕਿ ਨੰਬਰ ਆਫ ਸ਼ੈਲਸ ਵੱਧਦੇ ਪਏ ਆ। ਅਸੀਂ ਇਸ ਚੈਪਟਰ ਦੀ ਤੀਜੇ ਭਾਗ ਦੀ ਵੀਡੀਓ ਦੇ ਵਿੱਚ ਕਰ ਵੀ ਚੁੱਕੇ ਹਾਂ। ਜਿਹੜਾ ਹੁੰਦਾ ਲਿਥੀਅਮ, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 2-1 ਹੁੰਦੀ ਹੈ। ਸੋ ਇਹਦਾ ਜਿਹੜਾ ਵੈਲੈਂਸ ਇਲੈਕਟ੍ਰੋਨ ਆ ਉਹ ਐਲ ਸ਼ੈੱਲ 'ਚ ਆਉਂਦਾ। ਠੀਕ ਹੈ ਨਾ, ਲੇਕਿਨ ਸੋਡੀਅਮ ਜਿਹੜਾ ਹੁੰਦਾ ਉਹਦੀ ਜਿਹੜੀ ਹੁੰਦੀ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ ਉਹ 2-8-1 ਹੁੰਦੀ ਹੈ, ਇਹਦੇ 'ਚ ਸ਼ੈੱਲ ਵੱਧ ਜਾਂਦਾ। ਪੋਟਾਸ਼ੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 2-8-8-1 ਹੁੰਦੀ, ਦੇਖੋ ਸ਼ੈੱਲ ਵੱਧ ਗਏ। ਠੀਕ ਹੈ ਨਾ, ਸੋ ਇਹਦੇ 'ਚ ਸਿਰਫ 2 ਹੀ ਸ਼ੈੱਲ ਆ ਰਹੇ, ਇਹ 'ਚ 3 ਸ਼ੈੱਲ ਆ ਰਹੇ, ਇਹ 'ਚ 4 ਸ਼ੈੱਲ ਆ ਰਹੇ ਨੇ, ਹੈ ਨਾ। ਸੋ ਜਿੱਦਾਂ ਸ਼ੈੱਲ ਵੱਧਦੇ ਪਏ ਆ, ਜਿਹੜੇ ਵੈਲੈਂਸ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਤੋਂ ਦੂਰ ਜਾਈ ਜਾ ਰਹੇ ਨੇ। ਦੇਖੋ ਵਿਦ ਇਨਕਰੀਜ਼ਿੰਗ ਅਟੋਮਿਕ ਨੰਬਰ ਨਿਊਕਲੀਅਰ ਚਾਰਜ ਇਹਨਾਂ 'ਚ ਵੀ ਵੱਧਦਾ ਪਿਆ, ਲੇਕਿਨ ਕੀ ਹੈਗਾ ਕਿ ਸ਼ੈੱਲ ਵਧਣ ਕਰਕੇ ਜਿਹੜੇ ਵੈਲੈਂਸ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਤੋਂ ਜ਼ਿਆਦਾ ਦੂਰ ਚਲੇ ਜਾਂਦੇ ਆ, ਜਿਹਦੇ ਕਰਕੇ ਕਿ ਜਿਹੜਾ ਨਿਊਕਲੀਅਰ ਪੁੱਲ ਹੁੰਦਾ ਨਾ ਉਹ ਉਹਨਾਂ ਨੂੰ ਆਪਣੇ ਵੱਲ ਖਿੱਚ ਨਹੀਂ ਪਾਉਂਦਾ। ਤੇ ਦੂਜੀ ਗੱਲ ਕੀ ਹੈ ਕਿ ਜਦੋਂ ਸ਼ੈੱਲ ਵਧਣਾ ਤੇ ਓਬਵੀਅਸਲੀ ਰੇਡੀਅਸ ਤਾਂ ਵਧਣਾ ਹੀ ਵਧਣਾ ਵਾ। ਠੀਕ ਹੈ, ਸੋ ਇਹਦੇ ਕਰਕੇ ਕੀ ਹੈ ਕਿ ਡਾਊਨ ਦਾ ਗਰੁੱਪ ਫਿਰ ਸਾਈਜ਼ ਵੱਧਦਾ ਵਾ। ਚਲੋ ਵਾਪਸ ਇੱਕ ਵਾਰੀ ਫਿਰ ਝਾਤੀ ਮਾਰਦੇ ਹਾਂ ਪੀਰੀਓਡਿਕ ਟੇਬਲ ਵੱਲ। ਸੋ ਅਟੋਮਿਕ ਰੇਡੀਅਸ ਜਿਹੜਾ ਡਾਊਨ ਦਾ ਗਰੁੱਪ ਵੱਧਦਾ, ਯਾਨੀ ਕਿ ਜੇ ਆਪਾਂ ਫਸਟ ਗਰੁੱਪ ਲੈ ਲਈਏ, ਸਭ ਤੋਂ ਛੋਟਾ ਐਟਮ ਕਿਹੜਾ ਵਾ, ਹਾਈਡਰੋਜਨ, ਤੇ ਸਭ ਤੋਂ ਵੱਡਾ ਆ, ਇਹਦਾ ਕੀ ਨਾਮ ਹੈ, ਫਰੈਂਸ਼ੀਅਮ। ਠੀਕ ਹੈ, ਸੋ ਗਰੁੱਪ ਦੇ ਵਿੱਚ ਫਰੋਮ ਟੌਪ ਟੂ ਬਾਟਮ ਜਾਣ ਦੇ ਨਾਲ ਸਾਈਜ਼ ਵੱਧਦਾ। ਆ ਸੈਕਿੰਡ ਗਰੁੱਪ ਦੀ ਆਪਾਂ ਗੱਲ ਕਰੀਏ, ਸਭ ਤੋਂ ਛੋਟਾ ਕਿਹੜਾ ਵਾ ਐਲੀਮੈਂਟ ਇਹਦੇ 'ਚ, ਬੈਰੀਲੀਅਮ। ਠੀਕ ਹੈ, ਮੈਗਨੀਸ਼ੀਅਮ ਉਸ ਤੋਂ ਵੱਡਾ, ਕੈਲਸ਼ੀਅਮ ਉਸ ਤੋਂ ਵੱਡਾ, ਸਟਰੋਨਸ਼ੀਅਮ ਉਸ ਤੋਂ ਵੱਡਾ, ਬੇਰੀਅਮ ਉਸ ਤੋਂ ਵੱਡਾ ਤੇ ਰੇਡੀਅਮ ਉਸ ਤੋਂ ਵੱਡਾ। ਠੀਕ ਹੈ, ਸੋ ਡਾਊਨ ਦਾ ਗਰੁੱਪ ਸਾਈਜ਼ ਵਧੂਗਾ, ਲੇਕਿਨ ਜਦੋਂ ਅਸੀਂ ਅਕਰੋਸ ਦਾ ਪੀਰੀਅਡ ਜਾਣਾ ਫਰੋਮ ਲੈਫਟ ਟੂ ਰਾਈਟ ਉਦੋਂ ਸਾਈਜ਼ ਘਟਣਾ। ਗਰੁੱਪ ਦੇ ਵਿੱਚ ਕਿਉਂ ਸਾਈਜ਼ ਵੱਧਦਾ, ਕਿਉਂਕਿ ਨੰਬਰ ਆਫ ਸ਼ੈਲਸ ਵੱਧ ਜਾਂਦੇ ਨੇ। ਪੀਰੀਅਡ ਦੇ ਵਿੱਚ ਕਿਉਂ ਸਾਈਜ਼ ਘਟਦਾ, ਕਿਉਂਕਿ
ਨਿਊਕਲੀਅਰ ਚਾਰਜ ਵੱਧਦਾ ਲੇਕਿਨ ਸ਼ੈਲ ਨਹੀਂ ਵੱਧਦੇ। ਉਹਦੇ ਕਰਕੇ ਜਿਹੜੇ ਵੈਲੈਂਸ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਵੱਲ ਨੂੰ ਖਿੱਚੇ ਜਾਂਦੇ ਨੇ ਤੇ ਉਹਦੇ ਕਰਕੇ ਸਾਈਜ਼ ਛੋਟਾ ਹੁੰਦਾ ਜਾਂਦਾ। ਅਗਲੀ ਐਕਟੀਵਿਟੀ ਕਰਦੇ ਆ, ਐਗਜ਼ਾਮਿਨ ਐਲੀਮੈਂਟਸ ਆਫ ਦਾ ਥਰਡ ਪੀਰੀਅਡ ਐਂਡ ਕਲਾਸੀਫਾਈ them ਐਜ਼ ਮੈਟਲਸ ਐਂਡ ਨੋਨ ਮੈਟਲਸ। ਠੀਕ ਹੈ ਜੀ। ਸੋ ਪੀਰੀਓਡਿਕ ਟੇਬਲ 'ਚ ਮੈਟਲਸ ਕਿੱਥੇ ਮਿਲਦੀਆਂ ਤੇ ਨੋਨ ਮੈਟਲਸ ਕਿੱਥੇ ਮਿਲਦੀਆਂ। ਮੈਟਲਸ ਨੂੰ ਅਸੀਂ ਪੰਜਾਬੀ 'ਚ ਧਾਤਾਂ ਵੀ ਕਹਿੰਦੇ ਆ ਤੇ ਨੋਨ ਮੈਟਲਸ ਨੂੰ ਅਸੀਂ ਅਧਾਤਾਂ ਵੀ ਕਹਿੰਦੇ ਆ। ਸੋ ਆਪਾਂ ਇਹ ਦੇਖਣਾ ਵੀ ਧਾਤਾਂ ਤੇ ਅਧਾਤਾਂ ਜਿਹੜੀ ਇਹ ਸਾਰਨੀ ਆ ਜਾਂ ਜਿਹੜਾ ਇਹ ਪੀਰੀਓਡਿਕ ਟੇਬਲ ਆ ਇਹਦੇ 'ਚ ਕਿੱਦਾਂ ਡਿਸਟਰੀਬਿਊਟ ਹੁੰਦੀਆਂ ਨੇ। ਅਸੀਂ ਆਹ ਵਾਲਾ ਪੀਰੀਓਡਿਕ ਟੇਬਲ ਦੇਖਦੇ ਹਾਂ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਵੀ ਇਹਦੇ ਵਿੱਚ ਕੀ ਹੁੰਦਾ। ਆ ਜਿਹੜੀ ਜ਼ਿਗ ਜ਼ੈਗ ਲਾਈਨ ਹੁੰਦੀ ਹੈ ਨਾ, ਆ ਜਿਹੜੀ ਬਣੀ ਹੋਈ ਇੱਥੇ ਇਹਦੇ ਬਾਉਂਡਰੀ ਦੇ ਉੱਤੇ ਆ ਜਿਹੜੇ ਕਿ ਪਿੰਕ ਕਲਰ ਦੇ ਬਲੌਕਸ ਵਿੱਚ ਐਲੀਮੈਂਟਸ ਲਿਖੇ ਨੇ, ਇਹ ਕੀ ਨੇ, ਇਹ ਮੈਟਲੋਇਡਸ ਨੇ। ਠੀਕ ਹੈ। ਮੈਟਲੋਇਡਸ ਮਤਲਬ ਇਹੋ ਜਿਹੇ ਐਲੀਮੈਂਟਸ ਜਿਨ੍ਹਾਂ ਕੋਲ ਮੈਟਲਸ ਤੇ ਨੋਨ ਮੈਟਲਸ ਦੋਵਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ, ਉਹਨਾਂ ਨੂੰ ਅਸੀਂ ਮੈਟਲੋਇਡਸ ਕਹਿੰਦੇ ਆ। ਸੋ ਆ ਬੋਰੋਨ, ਸਿਲੀਕੋਨ, ਜਰਮੇਨੀਅਮ, ਆਰਸੈਨਿਕ, ਟੈਲਿਓਰੀਅਮ ਤੇ ਪੋਲੋਨੀਅਮ ਇਹ ਸਾਰੇ ਕੀ ਨੇ, ਇਹ ਮੈਟਲੋਇਡਸ ਨੇ ਜਿਹੜੇ ਕਿ ਜ਼ਿਗ ਜ਼ੈਗ ਲਾਈਨ ਦੇ ਉੱਤੇ ਪਏ ਨੇ। ਸੋ ਜਦੋਂ ਅਸੀਂ ਅਲੋਂਗ ਦਾ ਪੀਰੀਅਡ ਮੂਵ ਕਰਦੇ ਹਾਂ, ਜਿੱਦਾਂ ਕਿ ਸਾਨੂੰ ਇਹਨਾਂ ਨੇ ਐਕਟੀਵਿਟੀ ਦੇ ਵਿੱਚ ਕਿਹਾ ਵਾ ਕਿ ਥਰਡ ਪੀਰੀਅਡ 'ਚ ਜਾਓ, ਆਹ ਹੈਗਾ ਥਰਡ ਪੀਰੀਅਡ। ਠੀਕ ਆ। ਆ ਸੋਡੀਅਮ, ਮੈਗਨੀਸ਼ੀਅਮ, ਫਿਰ ਉਸ ਤੋਂ ਬਾਅਦ ਐਲੂਮੀਨੀਅਮ, ਸਿਲੀਕੋਨ, ਫੋਸਫੋਰਸ, ਸਲਫਰ, ਕਲੋਰੀਨ ਤੇ ਆਰਗੋਨ। ਠੀਕ ਹੈ ਜੀ। ਇਸ ਪੀਰੀਅਡ ਦੇ ਵਿੱਚ ਮੈਟਲੋਇਡ ਕੌਣ ਆ ਸਿਲੀਕੋਨ ਮੈਟਲੋਇਡ ਆ, ਹੈਵਿੰਗ ਪ੍ਰੋਪਰਟੀਜ਼ ਆਫ ਬੋਥ ਮੈਟਲਸ ਐਂਡ ਨੋਨ ਮੈਟਲਸ। ਔਰ ਇਹ ਸਿਲੀਕੋਨ ਤੋਂ ਪਹਿਲਾਂ ਯਾਨੀ ਕਿ ਸਿਲੀਕੋਨ ਤੋਂ ਖੱਬੇ ਹੱਥ ਜਿੰਨੇ ਐਲੀਮੈਂਟਸ ਨੇ ਕੀ ਨੇ, ਮੈਟਲਸ ਨੇ। ਸੋ ਸੋਡੀਅਮ ਹੈ, ਮੈਗਨੀਸ਼ੀਅਮ ਹੈ, ਐਲੂਮੀਨੀਅਮ ਹੈ, ਕੀ ਨੇ, ਇਹ ਮੈਟਲਸ ਨੇ। ਸੋ ਆ ਜਿਹੜੀ ਜ਼ਿਗ ਜ਼ੈਗ ਲਾਈਨ ਆ, ਇਸ ਜ਼ਿਗ ਜ਼ੈਗ ਲਾਈਨ ਦੇ ਉੱਤੇ ਮੈਟਲੋਇਡਸ ਨੇ ਤੇ ਮੈਟਲੋਇਡਸ ਦੇ ਖੱਬੇ ਹੱਥ ਸਾਰੇ ਜਿੰਨੇ ਐਲੀਮੈਂਟਸ ਨੇ ਸਾਰੇ ਮੈਟਲਸ ਨੇ। ਲੇਕਿਨ ਮੈਟਲੋਇਡਸ ਦੇ ਸੱਜੇ ਪਾਸੇ ਆਹ ਵਾਲੇ ਜਿਹੜੇ ਐਲੀਮੈਂਟਸ ਨੇ ਇਹ ਸਾਰੀਆਂ ਕੀ ਨੇ, ਇਹ ਨੋਨ ਮੈਟਲਸ ਨੇ। ਸੋ ਨੋਨ ਮੈਟਲਸ ਜਾਂ ਅਧਾਤਾਂ ਪੀਰੀਓਡਿਕ ਟੇਬਲ ਦੇ ਵਿੱਚ ਮੈਟਲੋਇਡ ਦੇ ਸੱਜੇ ਪਾਸੇ ਪਈਆਂ ਹੁੰਦੀਆਂ, ਜਦੋਂ ਕਿ ਧਾਤਾਂ ਜਾਂ ਮੈਟਲਸ ਜਿਹੜੀਆਂ ਨੇ ਉਹ ਪੀਰੀਓਡਿਕ ਟੇਬਲ ਵਿੱਚ ਜ਼ਿਗ ਜ਼ੈਗ ਲਾਈਨ ਦੇ ਖੱਬੇ ਪਾਸੇ ਪਈਆਂ ਹੁੰਦੀਆਂ। ਠੀਕ ਹੈ। ਸੋ ਬਹੁਤ ਸੋਹਣੀ ਡਿਸਟਰੀਬਿਊਸ਼ਨ ਜਿਹੜੀ ਹੈ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਕੀਤੀ ਗਈ ਹੈ, ਜਿਹਦੇ ਵਿੱਚ ਕਿ ਮੈਟਲੋਇਡਸ, ਨੋਨ ਮੈਟਲਸ ਤੇ ਮੈਟਲਸ ਨੂੰ ਲੋਕੇਟ ਕਰਨਾ ਬਹੁਤ ਹੀ ਆਸਾਨ ਹੈ। ਸੋ ਆ ਆਪਾਂ ਭਾਵੇਂ ਤੀਜੇ ਪੀਰੀਅਡ ਦੀ ਗੱਲ ਕੀਤੀ, ਕੋਈ ਵੀ ਪੀਰੀਅਡ ਹੋ ਜਾਵੇ, ਠੀਕ ਹੈ ਨਾ। ਜਿਹੜੀ ਆ ਜ਼ਿਗ ਜ਼ੈਗ ਲਾਈਨ ਆ ਇਹਦੇ ਆਸੇ ਪਾਸੇ ਜਿਹੜੇ ਵੀ ਆ ਰਹੇ ਬਾਉਂਡਰੀ ਤੇ ਉਹ ਮੈਟਲੋਇਡਸ ਤੇ ਮੈਟਲੋਇਡਸ ਦੇ ਖੱਬੇ ਪਾਸੇ ਮੈਟਲਸ ਤੇ ਸੱਜੇ ਪਾਸੇ ਨੋਨ ਮੈਟਲਸ। ਬਸ ਆ ਯਾਦ ਰੱਖਣਾ। How do you think the tendency to lose electrons change in a group? And how will this tendency change in a period? ਅੱਛਾ, ਆ ਜਿਹੜੇ ਇਲੈਕਟ੍ਰੋਨਸ ਲੂਜ਼ ਕਰਨੇ ਆ ਹਨਾ, ਇਹ ਕਿੱਦਾਂ ਹੋਊਗਾ, ਇਹਦਾ ਕੀ ਟ੍ਰੈਂਡ ਹੈ ਡਾਊਨ ਦਾ ਗਰੁੱਪ ਐਂਡ ਅਲੋਂਗ ਦਾ ਪੀਰੀਅਡ। ਚਲੋ ਪੀਰੀਓਡਿਕ ਟੇਬਲ ਵੇਖਦੇ ਆ। ਸੋ ਆ ਦੇਖੋ, ਆ ਆਪਣੇ ਕੋਲ ਹੈਗੇ ਗਰੁੱਪ। ਠੀਕ ਆ। ਹੁਣ ਆਪਾਂ ਨੂੰ ਪਤਾ ਹੀ ਹੈ ਵੀ ਗਰੁੱਪ ਦੇ ਵਿੱਚ ਕੀ ਹੁੰਦਾ ਕਿ ਡਾਊਨ ਦਾ ਗਰੁੱਪ ਸਾਈਜ਼ ਵੱਧਦਾ ਜਾਂਦਾ। ਜਿੰਨਾ ਸਾਈਜ਼ ਵਧੂਗਾ ਕੀ ਹੋਊਗਾ, ਨਿਊਕਲੀਅਰ ਪੁੱਲ ਘਟੂਗਾ। ਤੇ ਜਿਹੜਾ ਆਪਾਂ ਨਿਊਕਲੀਅਰ ਪੁੱਲ ਜਦੋਂ ਘਟੂਗਾ ਤੇ ਜਿਹੜੇ ਵੈਲੈਂਸ ਇਲੈਕਟ੍ਰੋਨਸ ਹੋਣਗੇ ਉਹ ਨਿਊਕਲੀਅਸ ਵੱਲ ਬਹੁਤੇ ਖਿੱਚੇ ਨਹੀਂ ਜਾਣਗੇ। ਠੀਕ ਹੈ। ਉਹ ਦੂਰ ਹੁੰਦੇ ਜਾਣਗੇ ਨਿਊਕਲੀਅਸ ਤੋਂ। ਸੋ ਇਸ ਕਰਕੇ ਡਾਊਨ ਦਾ ਗਰੁੱਪ ਜਦੋਂ ਨਿਊਕਲੀਅਰ ਪੁੱਲ ਘਟਦਾ ਪਿਆ ਤੇ ਸਾਈਜ਼ ਵੱਧਦਾ ਪਿਆ ਤੇ ਜਿਹੜੇ ਵੈਲੈਂਸ ਇਲੈਕਟ੍ਰੋਨਸ ਨੇ ਉਹਨਾਂ ਨੂੰ ਲੂਜ਼ ਕਰਨਾ ਈਜ਼ੀ ਹੋ ਜਾਂਦਾ। ਇਟ ਮੀਨਸ ਕਿ ਡਾਊਨ ਦਾ ਗਰੁੱਪ ਟੈਂਡੈਂਸੀ ਟੂ ਲੂਜ਼ ਇਲੈਕਟ੍ਰੋਨਸ ਇਨਕਰੀਜ਼ ਕਰਦੀ ਆ। ਲੇਕਿਨ ਜਦੋਂ ਅਸੀਂ ਅਲੋਂਗ ਦਾ ਪੀਰੀਅਡ ਗੱਲ ਕਰਦੇ ਹਾਂ ਕੀ ਹੁੰਦਾ, ਨਿਊਕਲੀਅਰ ਚਾਰਜ ਵੱਧਦਾ, ਅਟੋਮਿਕ ਰੇਡੀਅਸ ਘਟਦਾ। ਵਿਦ ਇਨਕਰੀਜ਼ਿੰਗ ਅਟੋਮਿਕ ਨੰਬਰ ਜਿੱਦਾਂ ਜਿੱਦਾਂ ਨਿਊਕਲੀਅਰ ਚਾਰਜ ਵਧੂਗਾ ਜਿਹੜਾ ਨਿਊਕਲੀਅਸ ਹੁੰਦਾ ਇਹ ਬਾਹਰ ਵਾਲੇ ਇਲੈਕਟ੍ਰੋਨਸ ਨੂੰ ਜਾਂ ਵੈਲੈਂਸ ਇਲੈਕਟ੍ਰੋਨਸ ਨੂੰ ਹੋਰ ਵੀ ਜ਼ਿਆਦਾ ਟਾਈਟਲੀ ਹੋਲਡ ਕਰਦਾ। ਉਹਦੇ ਨਾਲ ਕੀ ਹੁੰਦਾ ਵੀ ਇਲੈਕਟ੍ਰੋਨਸ ਨੂੰ ਲੂਜ਼ ਕਰਨਾ ਔਖਾ ਹੁੰਦਾ ਜਾਂਦਾ। ਇਟ ਮੀਨਸ ਕਿ ਅਕ੍ਰੋਸ ਦਾ ਪੀਰੀਅਡ ਟੈਂਡੈਂਸੀ ਟੂ ਲੂਜ਼ ਇਲੈਕਟ੍ਰੋਨਸ ਘਟਦੀ ਆ। ਠੀਕ ਹੈ। ਸੋ ਆਪਾਂ ਇੱਕ ਪੀਰੀਅਡ ਲੈ ਲੈਂਦੇ ਹਾਂ, ਆਪਾਂ ਆਹ ਲੈ ਲਿਆ ਪੀਰੀਅਡ ਥਰਡ ਪੀਰੀਅਡ, ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕੋਨ, ਫੋਸਫੋਰਸ, ਸਲਫਰ, ਕਲੋਰੀਨ ਤੇ ਆਰਗਨ। ਸੋ ਕੀ ਹੋਊਗਾ, ਸੋਡੀਅਮ ਤੇ ਮੈਗਨੀਸ਼ੀਅਮ ਕਿਉਂਕਿ ਪੀਰੀਅਡ ਦੇ ਵਿੱਚ ਹਾਲੇ ਸ਼ੁਰੂ 'ਚ ਨੇ, ਇਹਨਾਂ ਤੋਂ ਇਲੈਕਟ੍ਰੋਨ ਨੂੰ ਲੂਜ਼ ਕਰਨਾ ਸੌਖਾ ਹੋਊਗਾ। ਠੀਕ ਹੈ। ਜਦੋਂ ਕਿ ਇੱਧਰਲੇ ਪਾਸੇ ਜਿਹੜੀਆਂ ਨੋਨ ਮੈਟਲਸ ਨੇ ਇਹਦੇ ਵਿੱਚ ਇਲੈਕਟ੍ਰੋਨਸ ਨੂੰ ਲੂਜ਼ ਕਰਨਾ ਔਖਾ ਵਾ, ਬਲਕਿ ਇਹ ਜਿਹੜੇ ਨੇ ਐਲੀਮੈਂਟਸ ਇਹ ਇਲੈਕਟ੍ਰੋਨ ਗੇਨ ਕਰਨ ਦੀ ਕੋਸ਼ਿਸ਼ ਕਰਨਗੇ ਨਾ ਕਿ ਲੂਜ਼ ਕਰਨਗੇ। ਸੋ ਅਲੋਂਗ ਦਾ ਪੀਰੀਅਡ ਜਿੱਦਾਂ ਅਸੀਂ ਲੈਫਟ ਟੂ ਰਾਈਟ ਮੂਵ ਕਰਾਂਗੇ ਟੈਂਡੈਂਸੀ ਟੂ ਲੂਜ਼ ਇਲੈਕਟ੍ਰੋਨਸ ਘਟਦੀ ਜਾਊਗੀ। ਲੇਕਿਨ ਜਦੋਂ ਅਸੀਂ ਇੱਕ ਗਰੁੱਪ ਵਿੱਚ ਫਰੋਮ ਟੋਪ ਟੂ ਬਾਟਮ ਥੱਲੇ ਵੱਲ ਨੂੰ ਮੂਵ ਕਰਾਂਗੇ ਟੈਂਡੈਂਸੀ ਟੂ ਲੂਜ਼ ਇਲੈਕਟ੍ਰੋਨਸ ਵੱਧਦੀ ਜਾਊਗੀ। ਸੋ ਅਗਰ ਆਪਾਂ ਹਾਈਡਰੋਜਨ ਦੀ ਗੱਲ ਕਰੀਏ ਤੇ ਇਹਦੀ ਜਿੰਨੀ ਟੈਂਡੈਂਸੀ ਹੈਗੀ ਆ ਆਪਣਾ ਇਲੈਕਟ੍ਰੋਨ ਲੂਜ਼ ਕਰਨ ਦੀ, ਇਹਦੇ ਤੋਂ ਕਿਤੇ ਜ਼ਿਆਦਾ ਟੈਂਡੈਂਸੀ ਹੋਊਗੀ ਫ੍ਰੈਂਸ਼ੀਅਮ ਦੀ ਆਪਣਾ ਇੱਕ ਇਲੈਕਟ੍ਰੋਨ ਲੂਜ਼ ਕਰਨ ਦੀ।
ठीक है ना। बरिलियम की गल करते हैं, ये वैलेंस शैल च 2 इलैक्ट्रॉन है, जिन्नी ये टेंडेंसी है अपने 2 इलैक्ट्रॉन लूज करने की, उस तो किते ज़्यादा रेडियम की टेंडेंसी होगी अपने 2 इलैक्ट्रॉन्स को लूज करने की। पीरियोडिक टेबल के खब्बे पासे ये सारियां मैटल्स जड़ियां पईयां ने, इन्हां दी टेंडेंसी हुंदी है इलैक्ट्रॉन्स लूज करने की या डोनेट करने की। Next activity, how would the tendency to gain electrons change as you go from left to right across a period, and how would the tendency to gain electrons change as you go down the group। यानी कि हुण इलैक्ट्रॉन्स गेन करन दी टेंडेंसी जिहड़ी आ ओह किद्दां वेरी करूगी along the period and down the group। सीधी जी गल है कि जदों इलैक्ट्रॉन्स लूज करने आ उहदी टेंडेंसी तो उल्ट हो जूगा इलैक्ट्रॉन गेन करने। सो जिद्दां असीं इत्थे किहा सीगा भी जिहड़े ग्रुप्स हुंदे ने उहनां दे विच फ्रॉम टॉप टू बॉटम जदों असीं जाने आ ते टेंडेंसी टू लूज इलैक्ट्रॉन्स वधदी आ, इहदा मतलब टेंडेंसी टू गेन इलैक्ट्रॉन्स फिर घटदी है। उल्ट हो गया ना। दूजा आपां की किहा सी पीरियड दे विच जदों असीं लैफ्ट टू राइट जाने आ टेंडेंसी टू लूज इलैक्ट्रॉन्स घटदी आ, इहदा मतलब कि टेंडेंसी टू गेन इलैक्ट्रॉन्स वधदी है। सो इसे करके की हुंदा देखो आ मैटलॉइड्स ने, ठीक आ जिहड़े मैटलॉइड्स ने इन्हां दे सज्जे पासे जिन्ने भी एलीमेंट्स ने ना ये इलैक्ट्रॉन लूज नहीं करते, सगों ये जदों भी बॉन्ड बनाउणगे है ना, जे ते आयनिक बॉन्ड बना रहे हैं तो ये की करनगे ये इलैक्ट्रॉन सगों बाहरों एक्सैप्ट करके ते एनायन्स बनाउणगे। ठीक है ना। सो इन्हां दी टेंडेंसी होगी एनायन्स बनाउण दी, यानी कि इलैक्ट्रॉन्स गेन करन दी। ਜਦੋਂ ਕਿ ਆ ਇਧਰਲੇ ਪਾਸੇ ਸਾਰੀਆਂ ਕੀ ਪਈਆਂ ਹੋਈਆਂ ਮੈਟਲਸ ਪਈਆਂ ਹੋਈਆਂ। ਇਹ ਜਿਹੜੀਆਂ ਮੈਟਲਸ ਹੁੰਦੀਆਂ ਨੇ ਇਹਨਾਂ ਦੀ ਟੈਂਡੈਂਸੀ ਹੁੰਦੀ ਆ ਕੈਟਾਇਨਸ ਬਣਾਉਣ ਦੀ। ਕੈਟਾਇਨ ਕਿੱਦਾਂ ਬਣਦੇ ਆ, ਜਦੋਂ ਇਲੈਕਟ੍ਰੋਨਸ ਜਿਹੜੇ ਹੁੰਦੇ ਨੇ ਡੋਨੇਟ ਕੀਤੇ ਜਾਂਦੇ ਆ ਤੇ ਕੈਟਾਇਨਸ ਬਣਦੇ ਆ, ਤੇ ਜਦੋਂ ਜਿਹੜੇ ਇਲੈਕਟ੍ਰੋਨਸ ਨੇ ਉਹ ਗੇਨ ਕੀਤੇ ਜਾਂਦੇ ਆ ਤਾਂ ਫਿਰ ਐਨਾਇਨਸ ਬਣਦੇ ਆ। ਸੋ ਮੈਟਲਸ ਦੀ ਟੈਂਡੈਂਸੀ ਹੁੰਦੀ ਆ ਟੂ donate electrons, to lose electrons and to form cations। ਜਦੋਂ ਕਿ ਨੌਨ ਮੈਟਲਸ ਦੀ ਟੈਂਡੈਂਸੀ ਹੁੰਦੀ ਹੈ to gain electrons and to make anions। ਇੱਕ ਹੋਰ ਵੀ ਚੀਜ਼ ਹੁੰਦੀ ਬੇਟਾ ਇਹਨਾਂ ਨਾਲ ਰਲਦੇ ਮਿਲਦੇ ਜੇ ਕਨਸੈਪਟ ਹੁੰਦੇ ਨੇ ਇਲੈਕਟ੍ਰੋਪੋਜ਼ਿਟਿਵਿਟੀ ਤੇ ਇਲੈਕਟ੍ਰੋਨੈਗੇਟਿਵਿਟੀ। ਦੇਖੋ ਜਦੋਂ ਹੁਣ ਆ ਜਿਹੜੇ ਐਲੀਮੈਂਟਸ ਨੇ ਇਹਨਾਂ 'ਚ ਨਿਊਕਲੀਅਰ ਚਾਰਜ ਵੱਧ ਗਿਆ ਹੋਇਆ, ਨਿਊਕਲੀਅਰ ਚਾਰਜ ਵਧਣ ਕਰਕੇ ਜਿਹੜੇ ਇਹਨਾਂ ਦੇ ਵੇਲੈਂਸ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਵੱਲ ਬਹੁਤ ਜ਼ਿਆਦਾ ਖਿੱਚੇ ਗਏ ਹੋਏ ਨੇ, ਤਾਂ ਚਲੋ ਇਹਨਾਂ ਨੇ ਇਲੈਕਟ੍ਰੋਨ ਜਿਹੜੇ ਨੇ ਨਾ ਉਹ ਡੋਨੇਟ ਤਾਂ ਨਹੀਂ ਕਰਨੇ, ਸਗੋਂ ਇਹ ਗੇਨ ਹੀ ਕਰਨਗੇ। ਲੇਕਿਨ ਜੇ ਕਿਤੇ ਇਹ ਕੋਈ ਸ਼ੇਅਰਡ ਬੌਂਡ ਬਣਾਉਂਦੇ ਜਿੱਦਾਂ ਕੋਵਲੈਂਟ ਬੌਂਡ ਬਣਾਉਂਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਇਹ ਜਿਹੜੇ ਐਲੀਮੈਂਟਸ ਹੁੰਦੇ ਨੇ ਨਾ ਇਹ ਸ਼ੇਅਰਡ ਪੇਅਰ ਆਫ ਇਲੈਕਟ੍ਰੋਨਸ ਨੂੰ ਆਪਣੇ ਵੱਲ ਜ਼ਿਆਦਾ ਖਿੱਚਦੇ ਆ, ਯਾਨੀ ਕਿ ਇਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੁੰਦੇ ਨੇ। ਸੋ ਇਹ ਜਿਹੜੇ ਇਲੈਕਟ੍ਰੋਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਨਾ ਇਹ ਵੀ ਥੋੜੀ ਜਿਹੀ ਆਪਾਂ ਦੇਖ ਲੈਂਦੇ ਆ। इलैक्ट्रोपॉजिटिविटी की होंगी है टेंडेंसी ऑफ एन एटम टू डोनेट इलैक्ट्रॉन्स एंड टू फॉर्म पॉजिटिवली चार्जड कैटायंस। सो कैटायंस उदों ही बनने आ जदों कि इलैक्ट्रॉन्स डोनेट किए जाएंगे या लूज किए जाएंगे, तो इलैक्ट्रोपॉजिटिविटी यही टेंडेंसी होंगी है। ये की वेरीएशन है भी डाउन द ग्रुप हमेशा इलैक्ट्रोपॉजिटिविटी वधूगी। जिद्दां असीं ये कहता कि जे आपां फस्ट ग्रुप लै लीए तो हाइड्रोजन दे विच जिन्नी इलैक्ट्रोपॉजिटिविटी हैगी आ उस तो किते ज़्यादा उस ग्रुप दे विच जिहड़े थल्ले वाले एलीमेंट्स ने फ्रेंशियम हो गया सीजियम हो गया ना इन्हां दी ज़्यादा होगी। ये जिहड़ी इलैक्ट्रोपॉजिटिविटी की टेंडेंसी होंदी है प्राइमरीली ये जिहड़े भी मैटैलिक एलीमेंट्स ने स्पैशली अल्कली मैटल्स ते अल्कलाइन अर्थ मैटल्स पोजैस करते हैं। अल्कली मैटल्स किहड़े आ जाणगे ग्रुप 1 के एलीमेंट्स आ जाणगे, अल्कलाइन अर्थ मैटल्स दे विच ग्रुप 2 के एलीमेंट्स आ जाणगे। सो ये सारे हाईली इलैक्ट्रोपॉजिटिव एलीमेंट्स होंदे आ। इलैक्ट्रोनैगेटिविटी की होंदी है टेंडेंसी ऑफ द एटम टू अट्रैक्ट द शेयर्ड पेयर ऑफ इलैक्ट्रॉन वैन फॉर्मिंग अ कैमिकल बॉन्ड। जिद्दां कोवलेंट बॉन्ड है उहदे च की होंदा भी पेयर ऑफ इलैक्ट्रॉन शेयर किया जाता। सो ये जिहड़े इलैक्ट्रोनैगेटिव एलीमेंट होणगे ना शेयर्ड पेयर ऑफ इलैक्ट्रॉन्स नूं अपने वल अट्रैक्ट करदे आ खिच्चदे आ। ठीक है। सो ये जिहड़ी इलैक्ट्रोनैगेटिविटी होंदी है ये अक्रॉस द पीरियड वधदी है। इलैक्ट्रोपॉजिटिविटी डाउन द पीरियड वधदी है, इलैक्ट्रोनैगेटिविटी अक्रॉस द पीरियड वधदी है। सो इस वीडियो वास्ते इन्ना ही बहुत है। थोड़ा जिहा रह गया हैगा इस चैप्टर के बारे जिहड़ा कि असी पार्ट 5 की जिहड़ी वीडियो है उहदे विच कवर करांगे ते नाले सारा सम अप भी करांगे। कुछ इंपॉर्टेंट क्वेश्चनस भी जिहड़े ने ना वो भी असी डिस्कस करांगे पार्ट 5 की वीडियो दे विच ही। सो बेटा जे तुहानूं ये वीडियो चंगी लगी होवे ते अपने फ्रेंड्स नाल शेयर करना ना भुलना, सबसक्राइब भी करियो ते लाइक भी करियो ते शेयर भी जरूर करियो। थैंक यू सो मच फॉर वॉचिंग बेटा। नैक्सट मिलांगे अगले टॉपिक च अगली वीडियो दे नाल। थैंक यू सो मच।